अस्सलाम वालेकुम, आप देख रहे हैं वॉइस ऑफ पंजाब और मैं हूं हाफिज़ खालिद। जैसा कि आप जानते हैं कि हम वॉइस ऑफ पंजाब के ऊपर डिस्ट्रिक्ट पाकपतन तहसील आरीवाला के गांव विज़िट करवाते हैं और यहां की आवाम से आपको मिलवाते हैं। ये है नया पाकिस्तान और है रियासत मदीना। तो यहां हमारे साथ रियासत मदीना और नए पाकिस्तान के शहरी मौजूद हैं। ये है 45 EB 45 EB आरीफाला से 12 किलोमीटर के फासले पर है और ये गांव ज़्यादातर जो है ना वो डोगर बरादरी के ऊपर मुहित है। यहाँ पे तकरीबन 600 से 700 घराना आबाद है। यहाँ के क्या मसाइल हैं, यहाँ की क्या परेशानियाँ हैं, ये हम आपको सुनाएंगे। हमने तो पूरा गांव विज़िट कर लिया है। इसी वीडियो के अंदर हम आपको भी इस गांव के मसाइल सुनाएंगे, इसकी गलियाँ कैसी हैं, यहाँ का सीवरेज का निज़ाम कैसा है, ये लोग अपनी ज़िंदगी यहाँ पे कैसे बसर कर रहे हैं, क्या ये लोग टैक्स पेड करते हैं और टैक्स पेड करने के बाद इन लोगों को गवर्नमेंट कौन सी सहूलियात से आरास्ता करती है। तो इस मुकम्मल इसकी क्या डिटेल है इस गांव की, इसके अंदर कौन सी परेशानियां छुपी हुई हैं, ये लोग ज़िंदगी कैसे बसर कर रहे हैं। तो आए हम आपको आज 45 EB डोगरावाला इसका विज़िट करवाते हैं और आवाम से मिलवाते हैं कि इनके क्या मसाइल हैं। अस्सलाम वालेकुम जी। वालेकुम अस्सलाम। बाबा जी की नाम? मोहम्मद अब्बास जी। मुहम्मद अब्बास। तुसीं इत्थों दे नंबरदार हो या काउंसलर हो? कौंसल भी इधर नंबरदार वाल साहब ने जी। अच्छा जी, ਤੁਸੀਂ ਕਾਉਂਸਲਰ ਹੋ, ਤੁਹਾਡੇ ਵਾਲ ਸਾਹਿਬ ਨੰਬਰਦਾਰ ਰਹੇ ਨੇ ਜੀ ਜੀ। ਮੁਹਤਰਮ, ਅਸੀਂ ਤੁਹਾਡੇ ਪਿੰਡ 'ਚ ਆਏ ਹਾਂ 45 EB ਡੋਗਰਾਂ ਵਾਲਾ। ਤੁਸੀਂ ਇੱਥੋਂ ਦੇ ਰਹਿਸ਼ੀ ਹੋ, ਇੱਥੇ ਕੋਲ ਕਿੰਨੇ ਘਰਾਨਾ ਆਬਾਦ ਆ, ਕਿੰਨੇ ਘਰ ਨੇ ਇੱਥੇ? ਇੱਥੇ 700-800 ਘਰ ਹੈਗਾ ਜੀ। ਹਾਂਜੀ। ਤੇ ਤੁਸੀਂ ਇਸ ਮੈਂ ਤੁਹਾਡਾ ਪੂਰਾ ਪਿੰਡ ਵਿਜ਼ਿਟ ਕਰ ਚੁੱਕਿਆ, ਮੈਨੂੰ ਸੋਲੰਗ ਨਾਲੀਆਂ ਦਾ ਕੋਈ ਨਿਜ਼ਾਮ ਨਜ਼ਰ ਨਹੀਂ ਆਇਆ, ਤੁਸੀਂ ਕੀ ਕਹੋਗੇ? ਬਣਨ ਵਾਲੇ ਰਹਿੰਦੇ ਨੇ ਜੀ, ਅਜੇ ਬਿਲਕੁਲ ਕੋਈ ਨਹੀਂ ਦੇ, ਪਾਣੀ ਦਾ ਨਿਜ਼ਾਮ ਵੀ ਕੋਈ ਨਹੀਂ ਦਾ, ਖਾਲੀਆਂ ਵੀ ਬਣਨ ਵਾਲੀਆਂ ਨੇ, ਬਹੁਤ ਬੁਰਾ ਹਾਲ ਹੈ ਪਿੰਡ ਦਾ, ਪਾਣੀ ਵੀ ਸਾਫ਼ ਨਹੀਂ ਹੈਗਾ ਤੇ ਖਾਲੀਆਂ ਵੀ ਬਣਨ ਵਾਲੀਆਂ ਨੇ, ਸੋਲੰਗ ਵੀ ਲੱਗਣ ਵਾਲੇ ਨੇ। ਤੁਹਾਡੇ ਇੱਥੇ ਕਿੰਨੇ ਘਰਾਨੇ ਆਬਾਦ, ਤੁਹਾਡੇ ਖਿਆਲ ਨਾਲ ਵੋਟ ਕਿੰਨੀ ਹੈ ਇੱਥੋਂ ਦੀ? ਵੋਟ ਸਾਡੇ 3500 ਹੋਏਗੀ ਜੀ। ਇੱਥੇ MP MNA ਤੁਹਾਡੇ ਕੋਲ ਵੋਟ ਲੈਣ ਆਉਂਦੇ ਨੇ? ਹਾਂਜੀ ਆਉਂਦੇ ਨੇ ਜੀ। ਤੇ ਤੁਸੀਂ ਉਹਨਾਂ ਕੋਲੋਂ ਕੋਈ ਮੁਤਾਲਬਾ ਨਹੀਂ ਕਰਦੇ ਆਪਣੀ ਸਹੂਲੀਅਤ ਦਾ? ਕਰਨੇ ਜੀ ਮੁਤਾਲਬਾ, ਕਿਉਂ ਨਹੀਂ ਕਰਦੇ, ਅਸੀਂ ਤਾਂ ਬੜਾ ਕਰਨੇ ਆ ਵੀ ਸਾਡੇ ਇਹ ਚੀਜ਼ ਦੀਆਂ ਜ਼ਰੂਰਤਾਂ ਸਾਨੂੰ ਦਿਓ। ਕਹਿੰਦੇ ਨੇ ਦਿਆਂਗੇ ਦਿਆਂਗੇ। ਕੋਈ ਗੱਲ ਨਹੀਂ। ਤੁਹਾਨੂੰ ਕਿਸੇ ਹਕੂਮਤ ਨੇ ਕੋਈ ਫਾਇਦਾ ਦਿੱਤਾ ਹੋਵੇ ਅੱਜ ਤੱਕ? ਉਹ ਥੋੜਾ ਬਹੁਤ ਦਾ ਕੋਈ ਕਬਰਸਤਾਨ ਨੂੰ ਰੁਕ ਜਾਂਦਾ ਸੀ, ਬਸ ਇਹ ਲੱਗਿਆ ਹੈ। ਜਾਂ ਕੋਈ 1-2 ਗਲੀਆਂ ਹੋਰ ਨੇ, ਦੂਜਾ ਸਾਰਾ ਉਵੇਂ ਪਿੰਡ ਪਿਆ ਜੀ। ਤੁਹਾਡੇ ਬੱਚੇ ਜਿਹੜੇ ਪ੍ਰਾਇਮਰੀ ਸਕੂਲ ਦੀ ਇੱਥੇ ਸਹੂਲਤ ਹੈਗੀ ਆ, ਮਿਡਲ ਦੀ ਆ, ਅਗਰ ਨਹੀਂ ਹੈਗੀ ਤਾਂ ਕਿੱਥੇ ਜਾਂਦੇ ਨੇ? ਮਿਡਲ ਦੀ ਨਹੀਂ, ਉਹ ਤਾਂ ਜਾਂਦੇ ਨੇ ਜਾਮਿਆਂ 'ਚ, ਤੇ ਸਾਡੇ ਇੱਥੇ ਹੋਣੀ ਚਾਹੀਦੀ ਜੀ। ਜਾਮਿਆ ਸਟਾਫ ਇੱਥੋਂ ਕਿੰਨੇ ਫਾਸਲੇ ਤੇ ਆ? ਹੋਣਾ ਕੋਈ 2 ਕਿਲੋਮੀਟਰ। 2 ਕਿਲੋਮੀਟਰ। ਔਰ ਉਹ ਹਾਈ ਸਕੂਲ ਆ? ਹਾਂ ਹਾਈ ਸਕੂਲ ਹੈ ਜੀ। ਬੱਚੀਆਂ ਦੇ ਬਾਰੇ ਇੱਥੇ ਤਾਲੀਮ ਦਾ ਕੀ ਨਿਜ਼ਾਮ ਆ? ਬੱਚੀਆਂ ਦੇ ਬਾਰੇ 'ਚ ਵੀ ਇੱਥੇ ਪ੍ਰਾਇਮਰੀ ਦਾ ਬਸ। ਪ੍ਰਾਇਮਰੀ ਤੋਂ ਕਿ ਤੁਹਾਡੀਆਂ ਬੱਚੀਆਂ ਤਾਲੀਮ ਕਿਵੇਂ ਹਾਸਲ ਕਰਦੀਆਂ? ਆ ਬੜੀ ਮੁਸ਼ਕਿਲ ਬਣਦੀ ਜੀ। ਸ਼ਹਿਰ ਜਾਂਦੀਆਂ? ਹਾਂ ਸ਼ਹਿਰ ਆਰਾਵਾਲਾ ਕਿੰਨੇ ਕਿਲੋਮੀਟਰ ਤੇ? 12 ਕਿਲੋਮੀਟਰ ਜੀ। ਤੇ ਤੁਹਾਡਾ ਜਿਹੜਾ ਇੱਥੇ ਕੋਈ ਪੇਸ਼ੈਂਟ ਹੁੰਦਾ, ਕੋਈ ਮਰੀਜ਼ ਹੁੰਦਾ, ਮਤਲਬ ਡਿਲੀਵਰੀ ਕੇਸ ਆ, ਕੋਈ ਐਮਰਜੈਂਸੀ ਹੈ, ਮੈਂ ਤੁਹਾਡਾ ਕੱਚਾ ਰਸਤਾ ਵੇਖ ਕੇ ਆਇਆ, ਤਕਰੀਬਨ 3 ਕਿਲੋਮੀਟਰ ਉਹਦਾ ਵਾਇਆ ਬਣਦਾ ਹੈ। ਬੜੀ ਮੁਸ਼ਕਿਲ। ਤੇ ਤੁਹਾਡਾ ਮਰੀਜ਼ ਕਿਵੇਂ ਪਹੁੰਚਦਾ ਹੈ? ਬਹੁਤ ਮੁਸ਼ਕਿਲ ਨਾਲ ਜੀ, ਬਹੁਤ ਜ਼ਿਆਦਾ ਤਕਲੀਫ ਨਾਲ ਪਹੁੰਚਦਾ। ਇੱਥੇ ਤਾਂ ਇਸ ਪਿੰਡ ਦਾ ਮੈਂ ਸਾਰਾ ਵਿਜ਼ਿਟ ਕਰ ਚੁੱਕਿਆ। ਬਿਜਲੀ ਦਾ ਨਿਜ਼ਾਮ ਇੱਥੇ ਮੈਂ ਸੁਣਿਆ ਕਿ ਅੱਧੇ ਪਿੰਡ 'ਚ ਬਿਜਲੀ ਨਹੀਂ ਹੈਗੀ। ਬਿਜਲੀ ਵੀ ਨਹੀਂ ਹੈਗੀ ਜੀ, ਇੱਕ ਟਰਾਸ ਕੋਈ ਨਹੀਂ ਹੈਗਾ ਨਾ ਉਧਰ ਉਸ ਸਾਈਡ ਤੇ, ਨਾ ਖੰਭੇ ਨਾ ਟਰਾਸ, ਕੁਝ ਵੀ ਨਹੀਂ ਹੈਗਾ ਜੀ ਉਧਰ। ਤੁਹਾਡੇ ਗਵਰਨਮੈਂਟ ਨੇ ਇੱਥੇ ਕੋਈ ਸਹੂਲਤ ਦਿੱਤੀ ਹੋਵੇ ਫਿਲਟਰ ਪਲਾਂਟ ਦੀ, ਕੋਈ ਸਾਫ਼ ਪਾਣੀ ਦੀ? ਨਹੀਂ ਜੀ, ਇੱਥੇ ਸਾਡੇ ਪਿੰਡ 'ਚ ਕੋਈ ਨਹੀਂ ਦੀ। ਕੋਈ ਕਿਸੇ ਘਰ ਦੇ ਕੋਲੇ ਕੋਈ ਸਾਫ਼ ਪਾਣੀ, ਥੱਲੇ ਜ਼ਮੀਨੀ ਪਾਣੀ ਇੱਥੋਂ ਦਾ ਕਿਵੇਂ ਹੈ? ਇਹ ਜ਼ਮੀਨ ਹੀ ਖਰਾਬ ਹੀ ਹੈ ਜੀ ਥੱਲੇ ਨਾ। ਜੇ ਆ ਵੀ ਥੱਲੇ ਡੂੰਘਾ ਹੋਵੇ ਤਾਂ ਫਿਰ ਤਾਂ ਸਹੀ ਹੋ ਸਕਦਾ है, ਤੇ ਉੱਪਰ ਤਾਂ ਖਰਾਬ ही है जी फिर। हाँ जी जी नाज़रीन, आपने ये हमारे साथ 45 EB के नंबरदार थे, इनकी बात सुनी है कि यहाँ पे सिर्फ प्राइमरी स्कूल है और इनके बच्चे मिडल और हाई की तालीम हासिल करने के लिए यहाँ से 2 किलोमीटर जामिया स्टॉप है जो बहावल नगर रोड पे वाक़ है, वहाँ जाते हैं। मज़ीद इस गाँव के आबासी हमारे साथ मौजूद है, आपको उनकी डिटेल। कुड़ियाँ ने जी बुरे हाल, कोई बह नहीं सकता, मच्छर हर तरह कोई सहूलत नहीं हैगी इत्थे। ਤੁਹਾਡੇ ਪਿੰਡ ਦੇ ਵਿੱਚ ਇੱਕ ਜੋਹੜ ਦੇਖਿਆ ਮੈਂ, ਗਵਰਨਮੈਂਟ ਦੇ ਡੈਂਗੀ ਮਕਾਓ ਪ੍ਰੋਗਰਾਮ, ਉੱਥੇ ਕਰੋੜਾਂ ਰੁਪਏ ਇਨਵੈਸਟ ਕਰ ਰਹੀ ਆ, ਤੇ ਤੁਸੀਂ ਤਾਂ ਡੈਂਗੀ ਦੇ ਘਰ 'ਚ ਬੈਠੇ ਹੋ। ਘਰ 'ਚ ਜੀ ਆ ਵੇਖਿਆ ਨਾ ਚੌਂਕ ਦੇ ਵਿੱਚ ਰੂੜੀਆਂ, ਹਾਂਜੀ, ਇਹ ਹਰ ਚੀਜ਼ ਇੱਥੇ ਨਹੀਂ ਹੋਣੀ ਚਾਹੀਦੀ, ਇਹ ਚੱਕਣੀ ਚਾਹੀਦੀ। ਬਹੁਤ ਇੱਥੇ ਔਖੇ ਬੈਠੇ ਆ, ਕੋਈ ਸਹੂਲਤ ਨਹੀਂ ਹੈਗੀ ਕਿਸ ਤਰ੍ਹਾਂ ਦੀ। ਦੇਖੋ ਤੁਸੀਂ ਸਾਰੀ ਜ਼ਿੰਦਗੀ ਗੁਜ਼ਾਰ ਬੱਚੇ ਜਿਹੜੇ ਇਹਨਾਂ ਉਹਨਾਂ ਨੂੰ ਖੇਡਣ ਵਾਸਤੇ ਜਾਂ ਕਿਧਰੇ ਕੋਈ ਸਹੂਲਤ ਹੁੰਦੀ ਜਾਂ ਕੋਈ, ਉਹ ਵੀ ਕੋਈ ਨਹੀਂ ਹੈਗੀ। ਸਹੀ। ਕੋਈ ਬੱਚੇ ਖੇਡਦੇ ਨੇ ਜਾ ਕੇ ਵਾਲੀਬਾਲ ਖੇਡ ਲਈ ਜਾਂ ਕੋਈ ਤਰੀਕੇ, ਕੋਈ ਕਿਸੇ ਤਰ੍ਹਾਂ ਦੀ ਵੀ ਸਹੂਲਤ ਕੋਈ ਨਹੀਂ ਹੈਗੀ ਇੱਥੇ। ਤੁਸੀਂ ਨਵੇਂ ਪਾਕਿਸਤਾਨ 'ਚ ਰਿਆਸਤ ਮਦੀਨਾ ਇਮਰਾਨ ਖਾਨ ਸਾਹਿਬ ਨੇ ਬਣਾਤਾ, ਤੁਸੀਂ ਕੀ ਪੈਗਾਮ ਦਿਓਗੇ? ਕੀ ਦੇਣਾ ਸੀ, ਸਾਨੂੰ ਕੋਈ ਦਿੱਤਾ ਲਿਆ ਹੋਵੇ ਤਾਂ ਅਸੀਂ ਕੋਈ ਦਿਆਂਗੇ, ਅਸੀਂ ਤਾਂ ਵਿਹਲੇ ਬੈਠੇ ਹਾਂ, ਹਰ ਚੀਜ਼ ਤੋਂ ਤਰਸਦੇ। ਸਾਡਾ ਪਿੰਡ 45 EB ਡੋਗਰਾਂ ਵਾਲਾ ਅਸੀਂ ਪੂਰਾ ਵਿਜ਼ਿਟ ਕਰ ਲਿਆ, ਪੂਰੀ ਗਰਮੀ ਤੁਸੀਂ ਵੀ ਸਾਡੇ ਨਾਲ ਮੌਜੂਦ ਹੋ, ਤੇ ਸਾਨੂੰ ਬੁਨਿਆਦੀ ਸਹੂਲੀਅਤ ਤੁਹਾਡੀਆਂ ਨਜ਼ਰ ਨਹੀਂ ਆਈਆਂ। ਤੁਸੀਂ ਜ਼ਿੰਦਗੀ ਕਿਵੇਂ ਗੁਜ਼ਾਰ ਰਹੇ ਹੋ, ਤੁਹਾਡੇ ਤੋਂ ਬਿਹਤਰ ਕੋਈ ਨਹੀਂ ਜਾਣਦਾ। ਬਹੁਤ ਮੁਸ਼ਕਲ ਤਰੀਨ ਵੇਖੋਗੇ, ਸਾਨੂੰ ਨਾ ਤਾਂ ਸਫ਼ਰ ਦੀ ਕੋਈ ਸਹੂਲਤ ਹੈਗੀ, ਨਾ ਸਕੂਲ ਦੀ ਸਹੂਲਤ ਹੈਗੀ, ਨਾ ਹਸਪੀਟਲ ਦੀ ਸਹੂਲਤ ਹੈਗੀ। ਠੀਕ ਹੈ, ਉਸ ਤੋਂ ਹਟ ਕੇ ਜਿਹੜਾ ਸਰਵਿਸ ਦਾ ਨਿਜ਼ਾਮ ਹੈ ਉਹ ਤੁਹਾਡੇ ਸਾਹਮਣੇ ਹੀ ਹੈ।
ਸਾਰਾ ਪਾਣੀ ਨੀਚੇ ਜ਼ਮੀਨ 'ਚ ਜਾ ਰਿਹਾ ਹੈ। ਉਸ ਤੋਂ ਬਾਅਦ ਜਿਹੜਾ ਖੂਹੀਆਂ ਕੱਢੀਆਂ ਹੋਈਆਂ ਉਸ ਤੋਂ ਜਿਹੜਾ ਪੀਣ ਵਾਸਤੇ ਕੱਢਣੇ ਉਹ ਵੀ ਖਰਾਬ ਹੈ। ਦੇਖੋ ਗਵਰਨਮੈਂਟ ਨੇ ਸ਼ਹਿਰਾਂ ਦੇ ਲੋਕਾਂ ਵਾਸਤੇ ਫਿਲਟਰ ਪਲਾਂਟ ਲਗਾਏ ਨੇ, ਉਹ ਵੀ ਵੋਟ ਦਿੰਦੇ ਨੇ, ਤੁਸੀਂ ਵੀ ਵੋਟ ਦਿੰਦੇ, ਉਹ ਵੀ ਇਨਸਾਨ ਆ, ਤੁਸੀਂ ਵੀ ਇਨਸਾਨ ਆ, ਤੁਹਾਡਾ ਵੀ ਉਨਾ ਹੀ ਹੱਕ ਆ। ਤੁਸੀਂ ਇਸ ਬਾਰੇ ਆਪਣੇ ਇਸੇ ਇਲਾਕੇ 'ਚ ਵੇਖਿਆ ਸਾਫ਼ ਪਾਣੀ ਨਹੀਂ ਹੈਗਾ, ਲੋਕ ਇਸ ਮਸਜਿਦ ਦੀ ਟੂਟੀ ਤੋਂ ਪਾਣੀ ਭਰ ਰਹੇ ਨੇ ਇਸ ਨਲਕੇ ਤੋਂ, ਠੀਕ ਹੈ, ਪੂਰਾ ਪਿੰਡ ਇੱਥੇ ਆਂਦਾ ਜਾਂ ਟੂਵੈਲਾਂ ਤੇ ਜਾਂਦੇ ਨੇ, ਠੀਕ ਹੈ ਨਾ। ਤੁਸੀਂ ਇਹਦੇ ਤੇ ਜ਼ਰਾ ਦੱਸੋ ਕਿ ਤੁਹਾਡੇ ਫਿਲਟਰ ਪਲਾਂਟ ਹੋਣਾ ਚਾਹੀਦਾ ਵਾ, ਗਵਰਨਮੈਂਟ ਦੇ ਨਾਮ ਕੀ ਪੈਗਾਮ ਹੈ ਇਸ ਹਵਾਲੇ ਨਾਲ? ਸਾਡਾ ਗਵਰਨਮੈਂਟ ਨੂੰ ਇਹ ਪੈਗਾਮ ਹੈ ਕਿ ਸਾਡੇ ਹਾਲ ਤੇ ਕੋਈ ਰਹਿਮ ਕੀਤਾ ਜਾਵੇ। ਅਸੀਂ ਵੀ ਇਸ ਮੁਲਕ ਦੇ ਰਹਿਣ ਵਾਲੇ ਟੈਂਕੀ ਜਿਹੜਾ ਸ਼ਾਮੋਬਾਦ ਬਾਜ਼ਾਰ 'ਚ ਟੁਰ ਨਹੀਂ ਦਿੰਦਾ। ਸਹੀ ਹੋ ਗਿਆ। ਵਾਪਟਾਂ ਵਾਲਿਆਂ ਕੋਲੇ ਬੱਤੀ ਭਰੋ ਜਾਂਦੇ ਹੋ, ਉਹਦੇ ਪੈਸੇ ਲਿਆਓ ਤੇ ਬੱਤੀ ਲੈ ਲਓ ਫਰੀ 'ਚ, ਤੁਹਾਨੂੰ ਕੋਈ ਨਹੀਂ। ਜਿਸ ਦਫ਼ਤਰ ਨੂੰ ਜਾ ਕੇ ਗੱਲ ਕਰਨੇ ਕਹਿੰਦਾ ਰਿਸ਼ਵਤ ਲਿਆਓ, ਇਹ ਤਾਂ ਨਿਜ਼ਾਮ ਹੋਇਆ ਖੜਾ। ਗਵਰਨਮੈਂਟ ਦੇ ਵਿੱਚ ਗ੍ਰੀਨ ਪੰਜਾਬ ਦਾ ਇੱਕ ਲੋਗੋ ਚੱਲ ਰਿਹਾ ਵਾ ਕਿ ਸਾਫ਼ ਸੁਥਰਾ ਪੰਜਾਬ, ਸਰਸਬਜ਼ ਪੰਜਾਬ। ਤੁਹਾਡੇ ਪਿੰਡ ਦੇ ਵਿੱਚ ਵੇਖਿਆ ਜਗ੍ਹਾ ਜਗ੍ਹਾ ਤੇ ਕੂੜੇ ਦੀਆਂ ਢੇਰੀਆਂ ਲੱਗੀਆਂ ਹੋਈਆਂ, ਗੰਦ ਪਿਆ ਹੋਇਆ, ਤੇ ਤੁਸੀਂ ਰਾਤ ਨੂੰ ਮੱਛਰ ਸਾਰਾ ਕੁਝ ਹੈ ਵਾ, ਤੇ ਕਿਵੇਂ ਸੌਂਦੇ ਹੋ ਰਾਤ? ਸਰ ਬਹੁਤ ਮੁਸ਼ਕਲ ਤਰੀਨ ਸਾਡਾ ਵਕਤ ਗੁਜ਼ਰ ਰਿਹਾ ਹੈ। ਵੇਖੋ ਸਾਡੇ ਕੋਲ ਸਰਕਾਰੀ 10-12 ਏਕੜ ਰਕਬਾ ਪੜਾ ਹੈ, ਉਹਦੇ ਬਾਅਦ ਸਾਨੂੰ ਕੋਈ ਪਾਰਕ ਦਿੱਤਾ ਜਾਵੇ, ਬੱਚਿਆਂ ਲਈ ਖੇਡਣ ਲਈ ਗਰਾਊਂਡ ਦਿੱਤਾ ਜਾਵੇ। ਇਹ ਕੋਈ ਸਹੂਲਤਾਂ ਸਾਨੂੰ ਦਿੱਤੀਆਂ ਹੈ ਗਵਰਨਮੈਂਟ ਨੇ? ਸਾਨੂੰ ਤਾਂ ਕਿਸੇ ਗਵਰਨਮੈਂਟ ਨੇ ਵੀ ਨਹੀਂ ਦਿੱਤੀਆਂ। ਵੋਟ ਲੈਣ ਵਾਸਤੇ ਆਣਗੇ, ਇੱਕ ਦਫਾ ਆਣਗੇ, 5 ਸਾਲ ਸਾਨੂੰ ਕਿਸੇ ਚਿਹਰਾ ਨਹੀਂ ਵਿਖਾਣਾ, ਨਾ ਐਮਪੀ ਸਾਹਿਬ ਨੇ ਨਾ ਐਮਐਨਏ ਸਾਹਿਬ ਨੇ। ਇਸ ਤੋਂ ਪਿਛਲੀ ਘੁੰਮਣ ਤੁਹਾਡੇ ਵਾਸਤੇ ਕੁਝ ਕੀਤਾ ਹੋਵੇ? ਚਲੋ ਇਹ ਤਾਂ ਨਵਾਂ ਪਾਕਿਸਤਾਨ ਆ ਜੀ, ਇਹ ਪਿਛਲੀ ਹੁਕੂਮਤ ਨੇ ਵੀ ਕੁਝ ਨਹੀਂ ਕੀਤਾ ਜੀ। ਇੱਥੋਂ 5 ਦਫਾ ਨੂਨ ਲੀਗ ਜੁੱਤੀ ਹੈ ਤੇ 0 ਹੀ ਪੁਆਇੰਟ ਹੈ, ਠੀਕ ਹੈ। ਰਾਣਾ ਆਜ਼ਾਦ ਐਮਐਨਏ ਸਾਡਾ ਸਾਹਿਬ, ਜੀ ਐਮਪੀ ਪੀਰ ਕਾਸ਼ਫ ਸਾਹਿਬ ਕਬੂਲਾ ਸ਼ਰੀਫ, ਸਾਨੂੰ ਉਹਨਾਂ ਨੇ 1 ਰੁਪਏ ਦੀ ਗ੍ਰਾਂਟ ਨਹੀਂ ਦਿੱਤੀ। ਤੇ ਨਵੇਂ ਪਾਕਿਸਤਾਨ 'ਚ ਵੀ ਕੁਝ ਨਹੀਂ ਮਿਲਿਆ? ਨਵੇਂ ਪਾਕਿਸਤਾਨ 'ਚ ਵੀ ਕੁਝ ਨਹੀਂ ਮਿਲਿਆ ਫਿਲਹਾਲ, ਠੀਕ ਹੋ। ਹਾਲੇ ਤੱਕ ਅਸੀਂ 0 ਹੀ ਹਾਂ ਤੇ ਸਾਨੂੰ ਉਮੀਦ ਨਹੀਂ ਹੈ ਕਿ ਸਾਡਾ ਕੋਈ ਹਾਲ ਦੇ ਰਹਿਮ ਹੋਏਗਾ। ਨਹੀਂ ਜੀ, ਸਾਡੀ ਕੋਸ਼ਿਸ਼ ਹੈ ਤੁਹਾਡੀ ਆਵਾਜ਼ ਨੂੰ ਹੁਕਾਮੇ ਬਾਲਾ ਤੱਕ ਪਹੁੰਚਾਈਏ, ਤੁਹਾਡੇ ਪਿੰਡ 'ਚ ਬੁਨਿਆਦੀ ਸਹੂਲੀਅਤ ਜਿਹੜੀਆਂ ਤੁਹਾਨੂੰ ਲੈ ਕੇ ਦਈਏ, ਉਹਦੇ ਵਾਸਤੇ ਤੁਹਾਡਾ ਸਾਥ ਜ਼ਰੂਰੀ ਹੈ ਤੇ ਤੁਹਾਡਾ ਇਤਫਾਕ ਤੇ ਇਤਿਹਾਦ ਜ਼ਰੂਰੀ ਆ। ਅਗਰ ਤੁਸੀਂ ਐਮਐਨਏ ਨੂੰ ਪਕੜ ਕੇ ਭਾਲੋਗੇ ਨਾ ਵੀ ਦੱਸ ਕੀਤਾ ਕੀ ਹੈ, ਜਾਂ ਇੱਕ ਰਾਤ ਨੂੰ ਇੱਥੇ ਰੱਖ ਲਓ ਆਪਦੇ ਪਿੰਡ 'ਚ ਮੱਛਰ ਦੇ ਵਿੱਚ, ਮੇਰਾ ਖਿਆਲ ਆ ਕੋਈ ਜ਼ਰੂਰ ਸੋਚੇਗਾ ਤੁਹਾਡੇ ਬਾਰੇ। ਇਨਸ਼ਾਅੱਲਾ ਇਸ ਦਫਾ ਇਹੋ ਹੀ ਹੋਵੇਗਾ। ਲਿੱਤਰਾਂ ਦਾ ਹਾਰ ਹੁੰਦੇ ਗੱਲ ਦੇ ਵਿੱਚ रोक सको तो रोक लो तब्दीली आई रे ਹੋਵੇਗਾ। ਜਿਹੜਾ ਆਏਗਾ ਨਾ ਸਾਡੇ ਕੋਲੇ, ਅਸੀਂ ਲਿੱਤਰਾਂ ਦਾ ਹਾਰ ਪਾ ਕੇ ਕੱਲਾਂਗੇ ਵੀ ਆ ਲੈ ਲਾ ਤੇਰੇ ਵਾਸਤੇ ਇਹੀ ਹੈ, ਕਿਉਂਕਿ ਜਿਹੜਾ ਕੋਈ ਸਾਨੂੰ ਦਿੱਤਾ ਹੈ ਉਹੀ ਅਸੀਂ ਤੈਨੂੰ ਵਾਪਸ ਕਰ ਰਹੇ ਹਾਂ। ਜੀ ਠੀਕ ਹੈ। ਸਾਡੀ ਇਮਰਾਨ ਖਾਨ ਸਾਹਿਬ ਵਾਸਤੇ ਦਰਖਾਸਤ ਹੈ ਕਿ ਸਾਡੇ ਹਾਲ ਦੇ ਰਹਿਮ ਕੀਤਾ ਜਾਵੇ ਤੇ ਸਾਨੂੰ ਕੋਈ ਸਹੂਲਤਾਂ ਦਿੱਤੀਆਂ, ਚਲੋ ਸਾਡੇ ਆਉਣ ਵਾਲੇ ਬੱਚਿਆਂ ਵਾਸਤੇ ਕੋਈ ਬਿਹਤਰ ਮੁਸਤਕਬਲ ਬਣ ਜਾਵੇ ਉਹਨਾਂ ਦਾ। ਠੀਕ ਹੋ ਗਿਆ। ਪਿੰਡ 45 ਵੀ ਪੂਰਾ ਵਿਜ਼ਿਟ ਕੀਤਾ ਤੁਹਾਡਾ। ਇਸ ਪਿੰਡ ਦੇ ਉੱਤੇ ਤੁਸੀਂ ਰਹਿਸ਼ੀ ਹੋ, ਮਾਸ਼ਾਅੱਲਾ ਯੰਗ ਹੋ, ਜ਼ਿੰਦਗੀ ਗੁਜ਼ਾਰਨੀ ਹੈ, ਤੁਹਾਡੇ ਬਜ਼ੁਰਗਾਂ ਨੇ ਤੇ ਗੁਜ਼ਾਰ ਲਈ, ਤੁਸੀਂ ਕੀ ਕਹੋਗੇ? ਸਰ ਅਸੀਂ ਇਹ ਕਹਾਂਗੇ ਕਿ ਜ਼ਿੰਦਗੀ 'ਚ ਪਹਿਲੀ ਵਾਰੀ ਮੀਡੀਆ ਵਾਲੇ ਸਾਡੇ ਕੋਲ ਆਏ ਨੇ, ਨਹੀਂ ਤਾਂ ਅੱਗੇ ਸਾਡੀ ਤਾਂ ਗੱਲ ਉਦੋਂ ਤੱਕ ਗਈ ਨਹੀਂ। ਇਮਰਾਨ ਖਾਨ ਜਾਂ ਵਜ਼ੀਰ ਆਲਾ ਪੰਜਾਬ ਉਸਮਾਨ ਬਾਜ਼ਾਰ ਤੱਕ ਇੱਥੇ ਰਹੇ ਆ, ਜੇ ਐਮਪੀ ਐਮਐਨਏ ਆਉਂਦੇ ਨੇ ਵੋਟ ਲੈ ਕੇ ਚਲੇ ਜਾਂਦੇ ਨੇ, ਉਸ ਤੋਂ ਬਾਅਦ ਸਾਡਾ ਕੋਈ ਹਾਲ ਨਹੀਂ। ਕੋਈ ਪਲੇ ਗਰਾਊਂਡ ਹੀ ਨਹੀਂ ਹੈਗਾ ਸਾਡੇ ਬੱਚਿਆਂ ਦਾ, ਕ੍ਰਿਕਟ ਦਾ ਗਰਾਊਂਡ ਨਹੀਂ ਹੈ, ਨਸ਼ੇ ਦੇ ਵਾਮ ਲੱਗ ਰਹੀ ਹੈ, ਤੇ ਸਫਾਈ ਤਾਂ ਬਿਲਕੁਲ ਨਹੀਂ ਹੈਗੀ, ਰੂੜੀਆਂ ਨਾਲੀਆਂ ਬਿਲਕੁਲ ਨਾ ਹੋਣ ਦੇ ਬਗੈਰ, ਸੀਵਰੇਜ ਦਾ ਨਿਜ਼ਾਮ ਬਿਲਕੁਲ ਜ਼ੀਰੋ ਹੈ, ਤੇ ਜਿਹੜਾ ਨੀਚੇ ਵਾਲਾ ਪਾਣੀ ਉਹ ਬਿਲਕੁਲ ਲੈਣ ਆਉਂਦੇ ਨੇ। ਉਹ ਇਹ ਕਹਿ ਕੇ ਚਲੇ ਜਾਂਦੇ ਸੀ, ਜਿਸ ਤਰ੍ਹਾਂ ਪਹਿਲੇ ਦੋਸਤਾਂ ਨੇ ਦੱਸਿਆ ਕਿ ਅਸੀਂ ਨੈਕਸਟ ਟਾਈਮ ਕਰਾਂਗੇ, ਤੇ ਹੁਣ ਇੱਥੋਂ ਤੱਕ ਕਿ ਸਾਡੀ ਆਵਾਮ ਦੇ ਵਿੱਚ ਅਹਿਸਾਸ ਹੀ ਖਤਮ ਹੋ ਚੁੱਕਿਆ ਮੁਤਾਲਬਾਤ ਕਰਨ ਦਾ ਕਿ ਸਾਨੂੰ ਇਹ ਸਹੂਲੀਅਤ ਮਿਲਣ, ਬਿਲਕੁਲ ਅਹਿਸਾਸ ਖਤਮ ਹੋ ਚੁੱਕਿਆ। ਅਲਫਾਜ਼ ਦੇ ਅੰਦਰ ਕਿਹਾ ਜਾਏ ਤੇ ਇੱਥੇ ਕੋਈ ਵੀ ਸਹੂਲਤ ਨਹੀਂ ਹੈਗੀ, ਜਿੰਨੀਆਂ ਕਿਸੇ ਗਾਉਂ ਵਾਸਤੇ ਸਹੂਲਤਾਂ ਹੁੰਦੀਆਂ ਨੇ ਉਹ ਸਾਰੀਆਂ ਦੀ ਇੱਥੇ ਜ਼ਰੂਰਤ ਹੈ। ਨਵੇਂ ਪਾਕਿਸਤਾਨ 'ਚ ਇਮਰਾਨ ਖਾਨ ਸਾਹਿਬ ਦੇ ਨਾਮ, ਉਸਮਾਨ ਬੁਜ਼ਦਾਰ ਦੇ ਨਾਮ ਕੀ ਪੈਗਾਮ ਦੇਵੋਗੇ? ਅਸੀਂ ਆਖਾਂ ਦੀ ਸਾਨੂੰ ਕੁਝ ਵੀ ਨਹੀਂ ਦਿੱਤਾ ਇਹਨਾਂ ਨੇ, ਨਾ ਇਹ ਹਕੂਮਤ ਆਈ ਇਹਨਾਂ ਕਿ ਬਹੁਤ ਕੁਝ ਦਿਆਂ ਦੇ, ਸਾਡੇ ਹੱਥ ਤੇ ਕੁਝ ਵੀ ਨਹੀਂ। ਤੇ ਜਿਹੜੀ ਖਾਲੀਆਂ ਹੈ ਨੇ ਉੱਥੇ ਮੱਛਰ ਇੰਨਾ ਨਾ ਹੈਗਾ, ਮਾਸ਼ਾਅੱਲਾ ਪੱਖੇ ਜਿੰਨੇ ਮਰਜ਼ੀ ਚੱਲੀ ਜਾਣ ਉੱਥੇ ਅਸਰ ਹੀ ਨਹੀਂ ਕਰਦੇ ਹੈਗੇ। ਤੇ ਜਿਹੜਾ ਪਾਣੀ ਜਾਂਦਾ ਛੱਪਰ, ਬਹੁਤ ਬੜਾ ਛੱਪਰ ਜਿਹੜਾ ਸੁੱਕਦਾ ਹੀ ਨਹੀਂ ਹੈਗਾ, ਉਹ ਛੱਪਰ ਉਹਦੇ ਚ ਘਾਹ ਹੋ ਗਿਆ ਹੋਇਆ। ਤੁਸੀਂ ਤਾਂ ਪੱਖੇ ਚਲਾ ਲਓਗੇ, ਅੱਧੇ ਪਿੰਡ 'ਚ ਤੇ ਬਿਜਲੀ ਨਹੀਂ ਹੈਗੀ, ਉਹ ਕੀ ਕਰਨਗੇ? ਉਹ ਤਾਂ ਵਿਚਾਰੇ ਗਾਲਾਂ ਕੱਢਦੇ ਨਾ ਦਿਨ ਰਾਤ, ਉਹਨਾਂ ਵਿਚਾਰਿਆਂ ਤੇ ਬੜੀ ਮੁਸ਼ਕਿਲ ਆਏ ਨਾ। ਉਹ ਤਾਂ ਸ਼ੁਕਰ ਹੈ ਚਲੋ ਸਾਡੇ ਬੰਨੇ ਥੋੜੀ ਬਹੁਤੀ ਬੱਤੀ ਆ ਜਾਂਦੀ, ਜਿਹੜਾ ਥੋੜੇ ਪਿਛਲੀਆਂ ਗਲੀਆਂ ਨੇ ਅਸੀਂ ਤਾਂ ਮੇਨ ਤੇ ਹੈ, ਉਹਨਾਂ ਦੇ ਬੱਤੀ ਜਾਂਦੀ। ਬਾਬਾ ਜੀ, ਵਾਲੇਕੁਮ ਸਲਾਮ ਬਾਬਾ ਜੀ, ਕੀ ਨਾਂ? ਅਸਮਾਇਲ ਹੈ ਜੀ ਮੇਰਾ ਨਾਮ। ਬਾਬਾ ਜੀ, ਅਸੀਂ ਤੁਹਾਡੇ ਪਿੰਡ ਪੂਰਾ ਵਿਜ਼ਿਟ ਕਰ ਲਿਆ, ਬਿਜਲੀ ਦੇ ਹਵਾਲੇ ਨਾਲ ਪਤਾ ਲੱਗਿਆ ਕਿ ਤੁਹਾਡੇ ਕੋਲ ਤੇ ਬਿਜਲੀ ਨਹੀਂ ਹੈਗੀ, ਹੋਰ ਤੇ ਕੀ ਹੋਣਾ ਹੈ? ਸਾਡੇ ਜੀ ਪਾਣੀ ਵੀ ਕੋਨੀ ਚੰਗਾ ਪੀਣ ਨੂੰ, ਅਸੀਂ ਤਾਂ ਉਹ ਮਰੇ ਪਏ ਹਾਂ। ਮੈਂ ਵੈਸੇ ਬਿਮਾਰ ਹੋ ਗਿਆ ਗੰਦਾ ਪਾਣੀ ਪੀ ਤੇ ਟੁਰਿਆ, ਹੁਣ ਮੈਥੋਂ ਨਹੀਂ ਜਾਂਦਾ। ਬਿਜਲੀ ਤੋਂ ਬਗੈਰ ਜਨਾਬ ਮੈਂ ਬਹਿ ਵੀ ਨਹੀਂ ਸਕਦਾ, ਬਿਮਾਰ ਹੈਗਾ, ਤੇ ਮੇਰੇ ਹਾਲ ਤੇ ਰਹਿਮ ਕਰੋ। ਇਮਰਾਨ ਖਾਨ ਸਾਹਿਬ ਤੇ ਕਹਿ ਰਹੇ ਨਵਾਂ ਪਾਕਿਸਤਾਨ ਬਣਾਤਾ ਮੈਂ। ਨਹੀਂ ਜੀ, ਇੱਥੇ ਤਾਂ ਕੁਝ ਵੀ ਨਹੀਂ ਸਾਨੂੰ ਆਇਆ। ਅਸੀਂ ਤਾਂ ਇੱਥੇ ਤਰੇ ਮਰੀ ਜਾਂਦੇ ਹਾਂ, ਭੁੱਖੇ ਮਰੀ ਜਾਂਦੇ ਹਾਂ, ਬਿਜਲੀ ਤੋਂ ਬਿਨਾਂ ਗਰਮੀ 'ਚ ਪਏ ਆ। ਪਾਣੀ ਉਹ ਸਾਨੂੰ ਗੰਦਾ ਮਿਲਦਾ ਹੈ, ਉਹ ਜਿਹੜੇ ਮੋਟਰਾਂ ਦਾ ਹੈ ਜਾਂ 100 ਫੁੱਟ ਤੱਕ ਉਹ ਗੰਦੇ ਨੇ ਪਾਣੀ। ਇਮਰਾਨ ਖਾਨ ਸਾਹਿਬ ਦੇ ਨਾਮ ਕੀ ਪੈਗਾਮ ਦੇਵੋਗੇ ਆਪਦੇ ਇਸ ਪਿੰਡ ਦੇ ਹਵਾਲੇ ਨਾਲ? ਅਸੀਂ ਜਨਾਬ ਇਹ ਦਿਆਂਗੇ, ਕਿਉਂ ਨਾ ਦਿਆਂਗੇ? ਲਲਕਾਰਾ ਮਾਰ ਤੇ ਆਖਾਂ ਦੇ ਵੀ ਸਾਨੂੰ ਸਹੂਲਤ ਹੀ ਕੋਈ ਨਹੀਂ,
ਕਿਸੇ अंबर दी दसन सबूत। आप वॉइस ऑफ पंजाब के ऊपर आज विज़िट कर रहे हैं आरिफ वाला का गांव 45 ईबी डोगरा वाला। हमने 45 ईबी पूरा विज़िट किया, 45 ईबी आपको भी दिखाया कि यहाँ के लोग, यहाँ के बासी ज़िंदगी कैसे गुजार रहे हैं। जब हम इस गांव के आखिरी हिस्से में पहुँचे तो पता चला कि यहाँ पे 200 घराना और आबाद है। इस 200 घराने के पास अगर बुनियादी सहूलियात की बात की जाए तो इनके पास बिजली नहीं है। अगर इनके पास बिजली नहीं है ना तो बाकी सहूलियात की बात करने का कोई फ़ायदा नहीं है। आप यहाँ से अंदाज़ा लगा लें कि जिनके पास बिजली नहीं है उनके पास बाकी चीज़ें कहाँ से हो सकती हैं। मज़ीद इनकी डिटेल जानते हैं। हमारे साथ यहाँ की काफ़ी ख़वातीन मौजूद हैं, उनका मौक़िफ़ हम आपको सुनाएंगे। अस्सलाम वालेकुम माँ जी। वालेकुम सलाम। माँ जी, ਅਸੀਂ ਤੁਹਾਡੇ ਪਿੰਡ 'ਚ ਆਏ ਹਾਂ 45 ਡੋਗਰਾਂ ਵਾਲੀ 'ਚ। ਅਸੀਂ ਤੁਹਾਡੇ ਏਰੀਆ ਜਦੋਂ ਪਹੁੰਚੇ ਸਾਨੂੰ ਪਤਾ ਲੱਗਿਆ ਕਿ ਇੱਥੇ ਬਿਜਲੀ ਨਹੀਂ ਹੈਗੀ, ਤੁਹਾਡਾ ਪਾਣੀ ਨਹੀਂ ਨਿਕਲਦਾ, ਤੁਹਾਡੀਆਂ ਗਲੀਆਂ ਨਹੀਂ ਹੈਗੀਆਂ। ਤੁਸੀਂ ਗਵਰਨਮੈਂਟ ਨੂੰ ਕੀ ਕਹੋਗੇ? ਪਾਣੀ ਤੋਂ ਤੰਗ ਬੈਠੇ ਆ, ਪਿਸ਼ਾਬ ਕੱਢਣ ਤੋਂ ਤੰਗ ਬੈਠੇ ਹੈਗੇ ਆ। ਇੱਕ ਅੱਖ ਦੀ ਨਜ਼ਰ ਵੀ ਚਲੀ ਗਈ ਹੈ। ਇੱਥੇ ਗਾਲਾਂ ਕੱਢਦੇ ਹੈਗੇ ਨੇ। ਬਾਜੀ ਤੁਸੀਂ ਤੁਹਾਡੇ ਕੋਲ ਪਾਣੀ ਨਹੀਂ ਹੈਗਾ, ਤੁਹਾਡਾ ਨਹਾਉਣ ਧੋਣ ਦਾ ਇੰਤਜ਼ਾਮ ਕਿਵੇਂ ਚੱਲਦਾ? ਬਸ ਅਸੀਂ ਜਾ ਕੇ ਨਹਿਰਾਂ ਤੇ ਬੱਚੇ ਨਵਾ ਲੈਣੇ ਹੈਗੇ ਆ ਤੇ ਨਹਿਰਾਂ ਤੇ ਪਾਣੀ। ਤੁਸੀਂ ਘਰ ਕੱਪੜੇ ਧੋਂਦੇ ਹੋ, ਤੁਹਾਡੇ ਘਰ ਦੇ ਬਰਤਨ ਧੋਂਦੇ ਹੋ, ਪਾਣੀ ਕਿੱਧਰ ਜਾਂਦਾ ਹੁੰਦਾ ਜਿਹੜਾ ਉਹਨੂੰ ਆਪਾਂ ਸੀਵਰੇਜ ਕਹਿੰਦੇ? ਗਲੀ 'ਚ ਡੋਲ ਦਿੰਨੇ ਹੈਗੇ। ਗਲੀ 'ਚ ਡੋਲ ਦਿੰਦੇ? ਤੁਸੀਂ ਵੋਟ ਦਿੰਦੇ ਹੋ? ਹਾਂਜੀ। ਤੇ ਤੁਸੀਂ ਆਪਦੇ ਐਮਪੀ ਐਮਐਨਏ ਨੂੰ ਪੁੱਛਦੇ ਨਹੀਂ ਹੋ, ਨਾ ਤੁਹਾਨੂੰ सोलंग ਦਿੱਤਾ ना। ਅਸੀਂ ਉਹਨਾਂ ਨੂੰ बड़ी बारी किया पर वो सहूलत नहीं। जी नाज़रीन, आपने माँ जी की बात सुनी। मज़ीद हमारे साथ यहाँ पे ख़वातीन मौजूद हैं इस गांव की 45 भी डोगरा वाला। तो हम आपको सुनाते हैं कि इनका क्या मौक़िफ़ है। अस्सलाम वालेकुम माँ जी। वालेकुम सलाम। माँ जी, ਅਸੀਂ ਤੁਹਾਡੇ ਪਿੰਡ 'ਚ ਆਏ ਹਾਂ 45 ਡੋਗਰਾ ਵਾਲਾ। ਅਸੀਂ ਸਾਰਾ ਪਿੰਡ ਵਿਜ਼ਿਟ ਕਰ ਲਿਆ, ਸਾਨੂੰ ਪਤਾ ਲੱਗਿਆ ਕਿ ਜਿਹੜੇ ਆਖਰੀ 200 ਘਰ ਤੁਹਾਡਾ ਇਲਾਕਾ ਵਾ ਇੱਥੇ ਤੇ ਬਿਜਲੀ ਵੀ ਨਹੀਂ ਹੈਗੀ। ਹਾਂਜੀ, ਬਿਜਲੀ ਦਾ ਇਹ ਹੀ ਬਚਪਨ ਤੋਂ ਲੈ ਕੇ ਵੇਖ ਰਹੇ ਹਾਂ। ਉਹ ਹੀ ਸਾਡਾ ਇੱਥੋਂ ਚੱਲਾ ਹੈਗਾ। ਨਾ ਕੋਈ ਬੱਤੀ ਦਾ ਸਹੂਲਤ ਹੈ ਸਾਨੂੰ, ਨਾ ਕੋਈ ਨਾਲੀਆਂ ਦੀ ਸਹੂਲਤ ਹੈ। ਸਾਡੀ ਤੀਸਰੀ ਗਲੀ 'ਚ ਤਾਰ ਆਉਂਦੀ ਹੈਗੀ, ਲੋੜ ਨਹੀਂ ਚੱਲਦੀ। ਕਦੇ ਮਸਜਿਦ 'ਚ ਪਾਣੀ ਲਿਆਈਦਾ, ਕਦੇ ਨਾਲੇ ਤੋਂ ਲਿਆਈਦਾ। ਮਾਂ ਜੀ, ਤੁਸੀਂ ਵੋਟ ਦਿੰਦੇ ਹੋ ਐਮਐਨਏ ਐਮਪੀਏ ਨੂੰ। ਮੈਂ ਦੇਖਿਆ ਕਿ ਤੁਹਾਡੇ ਸੋਲੰਗ ਨਹੀਂ ਹੈਗਾ, ਸੀਵਰੇਜ ਦਾ ਨਿਜ਼ਾਮ ਵੀ ਨਹੀਂ ਹੈਗਾ। ਤੁਹਾਡੇ ਬੱਚੇ ਕਿਵੇਂ ਨਹਾਉਂਦੇ ਧੋਂਦੇ ਆ? ਤੁਸੀਂ ਸ਼ਾਦੀ ਵਿਆਹ ਤੇ ਬਕਰੀਦ ਕਿਵੇਂ ਕਰਦੇ ਹੋ? ਨਾਲਿਆਂ ਨੂਲਿਆਂ ਤੇ ਨਹਾ ਕੇ ਆ ਜਾਂਦੇ ਨੇ। ਪਸ਼ੂ ਵੀ ਉੱਥੋਂ ਹੀ ਪਿਆ ਲਿਆਈਦੇ ਨੇ। ਤੇ ਦੂਸਰਾ ਕਿ ਪਾਣੀ ਦਾ ਬਿਲਕੁਲ ਨਹੀਂ ਇੰਤਜ਼ਾਮ ਹੈਗਾ। ਅਗਰ ਹੈ ਤਾਂ ਬਾਹਰ ਨਿਕਲਣ ਦਾ ਕੋਈ ਇੰਤਜ਼ਾਮ ਨਹੀਂ ਹੈਗਾ। ਹਰ ਗੱਲੋਂ ਹੀ ਪਰੇਸ਼ਾਨ ਹੈਗੇ ਆ। ਕੋਈ ਜਦੋਂ ਵੋਟ ਲੈਂਦੇ ਨੇ ਉਦੋਂ ਮਿੰਨਤਾਂ ਕਰਨ ਦੇ, ਆਖਦੇ ਕਿ ਇਹ ਕਰਾਂ ਦੇ, ਇਹ ਕਰਾਂ ਦੇ, ਸਹੂਲਤ ਉਹ ਕਰਾਂ ਦੇ, ਕੋਈ ਵੀ ਨਹੀਂ ਕਰਦੇ। ਬਾਅਦ ਵਿੱਚ ਗੱਲ ਹੀ ਨਹੀਂ ਸੁਣਦੇ ਹੈਗੇ, ਕੁਛ ਵੀ ਨਹੀਂ ਕਰਦੇ ਹੈਗੇ। ਭਾਜੀ, ਤੁਸੀਂ ਇੱਥੇ ਦੇਖ ਰਹਿੰਦੇ ਪਏ ਹੋ, ਤੁਹਾਡੇ ਬੱਚੇ ਵੀ ਸਕੂਲ ਨਹੀਂ ਜਾਂਦੇ ਮੇਰੇ ਹਾਲ ਪ੍ਰਾਇਮਰੀ ਤੋਂ ਬਾਅਦ। ਤੇ ਇੱਥੇ ਗਰਮੀ ਦੇ ਵਿੱਚ ਮੱਛਰ ਪੈਦਾ ਹੁੰਦਾ, ਤੁਸੀਂ ਰਾਤ ਨੂੰ ਸੌਂਦੇ ਹੋ ਤਾਂ ਤੁਹਾਡਾ ਕੋਈ ਮਰੀਜ਼ ਹੁੰਦਾ ਤੇ ਉਹ ਕਿਵੇਂ ਦਿਨ ਗੁਜ਼ਾਰਦਾ ਵਾ? ਬਹੁਤ ਔਖਾ ਗੁਜ਼ਰਦਾ ਜੀ, ਬਹੁਤ। ਰਾਤ ਵੀ ਔਖੀ, ਦਿਨ ਵੀ। ਇਮਰਾਨ ਖਾਨ ਸਾਹਿਬ ਕਹਿ ਰਹੇ ਨੇ ਕਿ ਮੈਂ ਨਵਾਂ ਪਾਕਿਸਤਾਨ ਬਣਾਤਾ ਵਾ, ਰਿਆਸਤ ਮਦੀਨਾ ਬਣਾਤੀ ਹੈ। ਤੁਹਾਨੂੰ ਕੁਝ ਨਜ਼ਰ ਆਉਂਦਾ ਇਹਦੇ 'ਚ? ਨਹੀਂ, ਸਾਡੇ ਵਾਸਤੇ ਤਾਂ ਉਹੀ ਹੈ ਪਾਕਿਸਤਾਨ, ਪੁਰਾਣਾ ਹੀ ਹੈ। ਹਾਂ, ਨਹੀਂ ਬਦਲਿਆ ਨਹੀਂ ਬਿਲਕੁਲ। ਇਮਰਾਨ ਖਾਨ ਸਾਹਿਬ ਨੂੰ ਤੁਸੀਂ ਕੀ ਕਹੋਗੇ ਆਪਦੇ ਪਿੰਡ ਦੇ ਹਵਾਲੇ ਨਾਲ? ਇਮਰਾਨ ਖਾਨ ਅਸੀਂ ਇਹੀ ਕਹਾਂਗੇ ਕਿ ਖੁਦਾ ਕੇ ਵਾਸਤੇ ਸਾਨੂੰ ਕੋਈ ਸਹੂਲਤ ਦੇ, ਕੋਈ सोलंग, कोई बगैर खंबे खुंबे लावे, कोई उरा परा करे। सारी सहूलत चाहिए सानू। जी नाजरीन, आपने माँ जी की बात सुनी कि ये गांव 45 भी यहाँ पे बुनियादी सहूलियत का फुकदान नहीं है, यहाँ पे सहूलियत है ही नहीं। हमने यहाँ पे पूरा गांव विजिट कर रही है। जो इस इलाके में पहुँचे हैं ये 200 घराना बगैर बिजली के ज़िंदगी गुजार रहा है। इनके जो जानवर हैं वो भी नहरों से पानी पीते हैं, इनके इंसान भी यहाँ के रहने वाले वो भी नहरों और छप्पड़ों का पानी पी के ज़िंदगी बसर कर रहे हैं। ये 21वीं सदी का दौर जा रहा है और नया पाकिस्तान है। इमरान खान साहब ने तब्दीली के नारे लगाए, लेकिन तब्दीली का जो मुंह बोलता सबूत है वो हमारे साथ इस वक्त मौजूद, आपने भी देख लिया है। मज़ीद इसकी डिटेल हमने आपको दी है और देते रहेंगे इंशाल्लाह। मज़ीद ऐसी वीडियो देखने के लिए विज़िट कीजिए वॉइस ऑफ पंजाब। कैमरामैन अमार शाकर के साथ हाफिज़ खालिद, डिस्ट्रिक्ट पाकपतन।